अंग्रेजी साम्राज्य ਦੀਆਂ कैद ਦੀਆਂ जंजीरां तोड़न वाले आज़ादी घुलाटियां ਵਿੱਚੋਂ शहीद आज़म सरदार भगत सिंह ਨੂੰ एक बड़ा विशेष ਤੇ ਵੱਖਰਾ ਸਥਾਨ ਦਿੱਤਾ ਜਾਂਦਾ ਹੈ। दिलचस्प गल यह है कि सरदार भगत सिंह ਨੂੰ ਉਹਨਾਂ ਦੇ जन्म दिहाड़े तो ज़्यादा शहीदी दिहाड़े ਤੇ ज़्यादा याद किया जाता है। शायद इस करके क्योंकि 23 सालों के नौजवान भगत सिंह ने क्रांति के राह ते चलदियां जिस जज्बे के नाल अपनी जिंदगी ਨੂੰ अपने देश के उपरों बार दिता, इस जज्बे ਨੂੰ सारे लोग ज़्यादा पसंद करते हैं। भगत सिंह की शहीदी का इतिहासिक दिन है 23 मार्च 1931, ਜਦੋਂ 23 ਸਾਲ ਦੀ ਉਮਰ ਦੇ ਨੌਜਵਾਨ ਨੂੰ ਜ਼ਾਲਮ ਹਕੂਮਤ ਦੁਆਰਾ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਭਗਤ ਸਿੰਘ ਮੌਤ ਲਾੜੀ ਨੂੰ ਬਿਆਨ ਗਿਆ ਦੱਬੇ ਕੁਚਲੇ ਲੋਕਾਂ ਦੇ ਲਈ ਆਜ਼ਾਦ ਫਿਜ਼ਾ ਦਾ ਪੈਗਾਮ ਛੱਡਦਾ ਹੋਇਆ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ। ਇਸੇ ਦਿਨ ਦੋ ਹੋਰ ਜੁਝਾਰੂ ਯੋਧੇ ਸ਼ਿਵਰਾਮ ਹਰੀ ਰਾਜਗੁਰੂ ਅਤੇ ਸੁਖਦੇਵ ਥਾਪਰ ਦੇਸ਼ ਦੀ ਖਾਤਰ ਆਪਣੀ ਸ਼ਹਾਦਤ ਦਿੰਦੇ ਨੇ। शहीद भगत सिंह ਨੂੰ ਆਪਾਂ ਸਾਰੇ ਇੱਕ ਨੌਜਵਾਨ ਕ੍ਰਾਂਤੀਕਾਰੀ ਇਨਕਲਾਬੀ ਦੇ ਤੌਰ ਤੇ ਜਾਣਦੇ ਹਾਂ, ਪਰ ਇੱਕ ਪਾਠਕ ਵਜੋਂ, ਇੱਕ ਲੇਖਕ ਵਜੋਂ, ਇੱਕ ਦੂਰਦਰਸ਼ੀ ਵਜੋਂ ਅਤੇ ਇੱਕ ਫਿਲਾਸਫਰ ਵਜੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਕਿਹੋ ਜਿਹੇ ਇਨਸਾਨ ਸਨ, ਕਿਹੋ ਜਿਹੀ ਸ਼ਖਸੀਅਤ ਸੀ ਉਹਨਾਂ ਦੀ। ਬਹੁਤ ਸਾਰੇ ਅਜਿਹੇ ਪੱਖ ਨੇ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਜਿਸ ਤੋਂ ਅਜੇ ਤੱਕ ਅਸੀਂ ਨਾ ਵਾਕਿਫ ਹਾਂ। ਸੋ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਉਹ ਸਾਰੇ ਇਤਿਹਾਸਿਕ ਤੱਥ ਜਿਨ੍ਹਾਂ ਨੂੰ ਜਾਣਨ ਤੋਂ ਬਿਨਾਂ ਤੁਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਸਕਦੇ ਹੋ। ਸਾਂਝੇ ਪੰਜਾਬ ਦਾ ਪ੍ਰਮੁੱਖ ਸ਼ਹਿਰ ਲਾਹੌਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦਾ ਅਟੁੱਟ ਅੰਗ ਹੈ। ਪਾਕਿਸਤਾਨ ਅਤੇ ਲਾਹੌਰ ਦੇ ਨਾਲ ਸ਼ਹੀਦ ਭਗਤ ਸਿੰਘ ਦੀਆਂ ਅਸੀਮ ਯਾਦਾਂ ਜੁੜੀਆਂ ਹੋਈਆਂ ਨੇ, ਕਿਉਂਕਿ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਭਗਤ ਸਿੰਘ ਨੇ ਪਹਿਲੀ ਵਾਰ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਆਖਰੀ ਵਾਰ ਸ਼ਹੀਦ ਭਗਤ ਸਿੰਘ ਨੇ ਆਪਣੇ ਆਖਰੀ ਸਾਹ ਲਏ। ਪਿੰਡ ਚੱਕ ਨੰਬਰ 105 ਬੰਗਾ, ਤਹਿਸੀਲ ਜੜਾਂਵਾਲਾ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਦੇ ਜਨਮੇ ਭਗਤ ਸਿੰਘ ਨੇ ਆਪਣੀ ਸਕੂਲੀ ਪੜ੍ਹਾਈ DAV ਸਕੂਲ ਲਾਹੌਰ ਤੋਂ ਕੀਤੀ, ਜਿਸ ਤੋਂ ਬਾਅਦ 1923 ਦੇ ਵਿੱਚ ਲਾਲਾ ਲਾਜਪਤ ਰਾਏ ਦੁਆਰਾ ਚਲਾਏ ਜਾ ਰਹੇ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਭਗਤ ਸਿੰਘ ਨੇ ਆਪਣੀ ਅਗਲੇਰੀ ਪੜ੍ਹਾਈ ਸ਼ੁਰੂ ਕੀਤੀ। ਬਰੈਡਲਾ ਹਾਲ ਵਿੱਚ ਮੌਜੂਦ ਨੈਸ਼ਨਲ ਕਾਲਜ ਨੂੰ ਉਸ ਸਮੇਂ ਲਾਹੌਰ ਦੇ ਰਾਜਨੀਤਿਕ ਅਤੇ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਮੰਨਿਆ ਜਾਂਦਾ ਸੀ ਅਤੇ ਇਸੇ ਕਾਲਜ ਵਿੱਚ ਹੀ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ 1926 ਦੇ ਵਿੱਚ ਨੌਜਵਾਨ ਭਾਰਤ ਸਭਾ ਨਾਮਕ ਸਮਾਜਵਾਦੀ ਵਿਚਾਰਧਾਰਕ ਸੰਗਠਨ ਬਣਾਇਆ। ਆਪਣੇ ਕਾਲਜ ਸਮੇਂ ਦੌਰਾਨ ਭਗਤ ਸਿੰਘ ਨਾਟਕਲਾ ਸਮੇਤ ਡਰਾਮੇ ਵਰਗੀਆਂ ਕਲਾਤਮਕ ਗਤੀਵਿਧੀਆਂ ਵਿੱਚ ਬੜਾ ਸਰਗਰਮ ਰਹਿੰਦਾ ਸੀ। ਆਪਣੀ ਕਲਾ ਦਾ ਪ੍ਰਯੋਗ ਵੀ ਆਪਣੇ ਇਨਕਲਾਬ ਦੇ ਲਈ ਕਰਦਾ ਸੀ। ਇਨਕਲਾਬੀ ਸੋਚ ਵਾਲੇ ਭਗਤ ਸਿੰਘ ਦੀ ਕ੍ਰਾਂਤੀਕਾਰੀ ਦੇ ਨਾਅਰੇ ਵੀ ਇਸੇ ਕਾਲਜ ਤੋਂ ਗੂੰਜਣੇ ਸ਼ੁਰੂ ਹੋਏ ਸਨ। ਕਾਲਜ ਪੜ੍ਹਦਿਆਂ ਹੀ ਭਗਤ ਸਿੰਘ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣਿਆ, ਜਿਸ ਦਾ ਨਾਮ ਬਾਅਦ ਵਿੱਚ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖ ਦਿੱਤਾ ਗਿਆ ਸੀ। ਭਗਤ ਸਿੰਘ ਦੇ ਸੰਗਠਨ ਦੇ ਵਿੱਚ ਸਾਰੀ ਧਰਮਾਂ ਤੇ ਜਾਤਾਂ ਦੇ ਨੌਜਵਾਨ ਸ਼ਾਮਿਲ ਸਨ, ਜੋ ਵੀ ਇੱਕ ਪ੍ਰਮਾਣ ਨੇ ਕਿ ਭਗਤ ਸਿੰਘ ਨੇ ਆਪਣੇ ਸੰਘਰਸ਼ ਦੇ ਦੌਰਾਨ ਸਿਰਫ ਅੰਗਰੇਜ਼ਾਂ ਤੋਂ ਹੀ ਆਜ਼ਾਦੀ ਦੀ ਮੰਗ ਨਹੀਂ ਕੀਤੀ ਸੀ, ਸਗੋਂ ਬਰਾਬਰੀ ਵਾਲੇ ਜਾਤਾਂ ਤੇ ਨਸਲੀ ਵਿਤਕਰੇ ਤੋਂ ਉੱਪਰ ਉੱਠੇ ਆਜ਼ਾਦ ਸਮਾਜ ਦੀ ਮੰਗ ਕੀਤੀ ਸੀ। ਪਾਕਿਸਤਾਨ ਦੇ ਵਿੱਚ ਅੱਜ ਵੀ ਭਗਤ ਸਿੰਘ ਦੇ ਜਨਮ ਸਥਾਨ ਵਾਲੇ 2 ਕਮਰੇ ਉਸੇ ਤਰ੍ਹਾਂ ਮੌਜੂਦ ਨੇ। ਫੈਸਲਾਬਾਦ ਦੇ ਪ੍ਰਸ਼ਾਸਨ ਦੁਆਰਾ ਇਸ ਘਰ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਘਰ ਲਾਹੌਰ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੇ ਕੁਝ ਨਜ਼ਦੀਕ ਹੋਣ ਦਾ ਮੌਕਾ ਦੇ ਰਹੇ ਨੇ, ਕਿਉਂਕਿ ਅਹਿਮ ਅਤੇ ਹੈਰਾਨੀਜਨਕ ਗੱਲ ਹੈ ਕਿ ਪਾਕਿਸਤਾਨ ਦੀਆਂ ਕਿਤਾਬਾਂ ਦੇ ਵਿੱਚ ਕ੍ਰਾਂਤੀਕਾਰੀਆਂ ਦੇ ਨਾਮਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਕਿਧਰੇ ਵੀ ਸ਼ਾਮਿਲ ਨਹੀਂ ਹੈ। ਫਾਂਸੀ ਦੇ ਰੱਸੇ ਵੱਲ ਬੇਖੌਫ ਨਜ਼ਰਾਂ ਨਾਲ ਤੱਕ ਕੇ ਜ਼ੁਲਮੀ ਹਕੂਮਤ ਦੀਆਂ ਅੱਖਾਂ ਅੰਦਰ ਖਾਤਮੇ ਦਾ ਭੈ ਜਗਾਉਣ ਵਾਲੇ ਭਗਤ ਸਿੰਘ ਦੇ ਆਖਰੀ ਪਲ ਦੇਖਣ ਵਾਲੀ ਲਾਹੌਰ ਦੀ ਸੈਂਟਰਲ ਜੇਲ੍ਹ ਅੱਜ ਲਾਹੌਰ ਦਾ ਸ਼ਾਮਦਾਨ ਚੌਂਕ ਕਹਿਲਾਉਂਦੀ ਹੈ। ਜਿਸ ਜਗ੍ਹਾ ਤੇ ਭਗਤ ਸਿੰਘ ਨੂੰ ਫਾਂਸੀ ਦੇ ਉੱਪਰ ਲਟਕਾਇਆ ਗਿਆ, ਉੱਥੇ ਹੁਣ ਫਾਂਸੀ ਘਾਟ ਬਣਾਇਆ ਹੋਇਆ ਹੈ ਅਤੇ ਭਗਤ ਸਿੰਘ ਦੇ ਯਾਦਗਾਰੀ ਦਿਨਾਂ ਤੇ ਸੂਰਵੀਰ ਨੂੰ ਯਾਦ ਕਰਦਿਆਂ ਲੋਕ ਇਸੇ ਜਗ੍ਹਾ ਤੇ ਪਹੁੰਚਦੇ ਨੇ। ਬਹੁਤ ਵਾਰ ਪਾਕਿਸਤਾਨ ਦੇ ਲੋਕਾਂ ਦੁਆਰਾ ਇਹ ਵੀ ਮੰਗ ਉਠਾਈ ਗਈ ਹੈ ਕਿ ਸ਼ਾਮਦਾਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਵੇ, ਪਰ ਅਜੇ ਤੱਕ ਇਹ ਮਾਮਲਾ ਅਦਾਲਤਾਂ ਦੇ ਵਿੱਚ ਲਟਕ ਰਿਹਾ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਇਸ ਮੰਗ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ। ਇਤਿਹਾਸਕਾਰਾਂ ਦੇ ਅਨੁਸਾਰ ਜਿਸ ਰਾਤ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਸੀ, ਉਸ ਰਾਤ ਜੇਲ੍ਹ ਵਿੱਚ ਬੰਦ ਸਾਰੇ ਕੈਦੀ ਆਪਣੀਆਂ ਜੰਜ਼ੀਰਾਂ ਨੂੰ ਸਲਾਖਾਂ ਨਾਲ ਮਾਰ-ਮਾਰ ਕੇ ਇਸ ਤਰ੍ਹਾਂ ਦਾ ਖੜਾਕ ਕਰ ਰਹੇ ਸਨ ਕਿ ਆਸ-ਪਾਸ ਦੇ ਲੋਕਾਂ ਨੇ ਆਪਣੀਆਂ ਛੱਤਾਂ ਦੇ ਉੱਪਰ ਜਾ ਕੇ ਉਸ ਰਾਤ ਨੂੰ ਕੱਟਿਆ ਸੀ। ਲਾਹੌਰ ਸ਼ਹਿਰ ਨੇ ਭਗਤ ਸਿੰਘ ਨੂੰ ਬੜੀ ਕਰੀਬ ਤੋਂ ਤੱਕਿਆ ਹੈ, ਪਰ ਭਗਤ ਸਿੰਘ ਦੇ ਇਤਿਹਾਸ ਨੂੰ ਸਕੂਲੀ ਕਿਤਾਬਾਂ ਵਿੱਚ ਪੜ੍ਹਦੇ ਹਾਂ ਤਾਂ ਲਾਹੌਰ ਨੂੰ ਓਨੀ ਤਵੱਜੋ ਨਹੀਂ ਦਿੱਤੀ ਜਾਂਦੀ। ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਅਸਲ ਇਤਿਹਾਸ ਨੂੰ, ਉਸ ਇਤਿਹਾਸ ਨੂੰ ਜੋ ਸਿਰਫ ਰਿਵਾਲਵਰ ਦੇ ਨਾਲ ਸਾਂਡਰਸ ਦਾ ਕਤਲ ਹੀ ਨਹੀਂ, ਸਗੋਂ ਅਖਬਾਰਾਂ ਦੇ ਵਿੱਚ ਛਪੀਆਂ ਭਗਤ ਸਿੰਘ ਦੀਆਂ ਲਿਖਤਾਂ ਦੇ ਨਾਲ ਅਤਿਆਚਾਰ ਦੀ ਧੱਕਾਸ਼ਾਹੀ ਅਤੇ ਜ਼ੁਲਮ ਸਹਿਣ ਦੀ ਬੇਵਸੀ ਦੇ ਘੁੱਟਦੇ ਦਮ ਦੀ ਵੀ ਗੱਲ ਕਰਦਾ ਹੈ, ਛੁਪਾਇਆ ਜਾ ਰਿਹਾ ਹੈ। ਭਾਰਤ ਦੇ ਵਿੱਚ ਭਾਜਪਾ ਸਰਕਾਰ ਦੁਆਰਾ ਵੀਰ ਸਵਰਕਰ ਨੂੰ ਤਾਂ ਭਾਰਤ ਰਤਨ ਦੀ ਉਪਾਧੀ ਦੇਣ ਦੀਆਂ ਆਵਾਜ਼ਾਂ ਉਠਾਈਆਂ ਜਾ ਚੁੱਕੀਆਂ ਨੇ, ਪਰ ਇਸ ਉਪਾਧੀ ਨੂੰ ਵੀ ਸਨਮਾਨ ਬਖਸ਼ਣਯੋਗ ਸ਼ਹੀਦ ਭਗਤ ਸਿੰਘ ਨੂੰ ਅਜੇ ਤੱਕ ਵੀ ਭਾਰਤੀ ਸਰਕਾਰ ਦੁਆਰਾ ਭਾਰਤ ਰਤਨ ਦੀ ਉਪਾਧੀ ਨਹੀਂ ਦਿੱਤੀ ਗਈ ਹੈ।
ਜਿਵੇਂ ਪਹਿਲਾਂ ਗੱਲ ਕੀਤੀ ਗਈ ਹੈ ਕਿ ਭਗਤ ਸਿੰਘ ਸਿਰਫ ਇੱਕ ਕ੍ਰਾਂਤੀਕਾਰੀ ਹੀ ਨਹੀਂ ਸਨ, ਉਹ ਇੱਕ ਮਹਾਨ ਫਿਲਾਸਫਰ, ਪਾਠਕ ਅਤੇ ਬਹੁਤ ਹੀ ਬਿਹਤਰੀਨ ਲੇਖਕ ਸਨ ਜੋ ਆਪਣੀਆਂ ਲਿਖਤਾਂ ਦੇ ਨਾਲ ਮੌਜੂਦਾ ਸਮੇਂ ਦੇ ਨਾਲ-ਨਾਲ ਭਵਿੱਖ ਦੀ ਵੀ ਬੜੀ ਸਾਰਥਕ ਤਸਵੀਰ ਪੇਸ਼ ਕਰਦੇ ਸਨ। ਬਚਪਨ ਤੋਂ ਹੀ ਸੰਘਰਸ਼ ਦੇ ਵਿੱਚ ਕੁੱਦੇ ਭਗਤ ਸਿੰਘ ਕੋਲ ਇਤਿਹਾਸ ਨੂੰ ਘੋਖਣ ਦਾ ਜ਼ਿਆਦਾ ਸਮਾਂ ਭਾਵੇਂ ਨਹੀਂ ਸੀ, ਪਰ ਇਸ ਦੇ ਬਾਵਜੂਦ ਵੀ ਭਗਤ ਸਿੰਘ ਨੇ ਜਿੰਨਾ ਹੋ ਸਕੇ ਸਾਹਿਤ ਨੂੰ ਪੜ੍ਹਨ ਦਾ ਯਤਨ ਜ਼ਰੂਰ ਕੀਤਾ। ਜੇਲ੍ਹ ਦੇ ਵਿੱਚ ਭਗਤ ਸਿੰਘ ਨੇ ਬਹੁਤ ਸਾਰੇ ਮਹਾਨ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ, ਪਰ ਜਰਮਨ ਦੇ ਕ੍ਰਾਂਤੀਕਾਰੀ ਮਾਰਕਸ ਦੀਆਂ ਲਿਖਤਾਂ ਤੋਂ ਕਾਫੀ ਪ੍ਰਭਾਵਿਤ ਸਨ। ਅਜੇ ਤੱਕ ਵੀ ਬਹੁਤ ਸਾਰੇ ਲੋਕ ਸ਼ਹੀਦ ਭਗਤ ਸਿੰਘ ਨੂੰ ਆਜ਼ਾਦੀ ਦੀ ਲੜਾਈ ਹਥਿਆਰਾਂ ਦੇ ਨਾਲ ਲੜਨ ਦਾ ਪੱਖੀ ਸਮਝਦੇ ਨੇ। ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾ ਕੇ ਲੱਗਦਾ ਤੈਨੂੰ ਫਿਰ ਤੋਂ ਦੁਬਾਰਾ ਆਉਣਾ ਪਊ ਦੀਆਂ 17 ਤਾਂ ਲਿਖ ਲਈਆਂ ਜਾਂਦੀਆਂ ਨੇ, ਪਰ ਸ਼ਹੀਦ ਭਗਤ ਸਿੰਘ ਦੀ ਜੀਵਨ ਸ਼ੈਲੀ ਤੋਂ ਕੁਝ ਚੰਗੇ ਗੁਣ ਗ੍ਰਹਿਣ ਕਰਨ ਦਾ ਅਮਲ ਸਾਨੂੰ ਬੜਾ ਔਖਾ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਤੇ ਝਾਤ ਮਾਰਦੇ ਆ ਤਾਂ ਪਤਾ ਲੱਗਦਾ ਕਿ ਸ਼ਹੀਦ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਂਕ ਸੀ। ਕਹਿੰਦੇ ਨੇ ਕਿ ਹਮੇਸ਼ਾ ਸ਼ਹੀਦ ਭਗਤ ਸਿੰਘ ਆਪਣੇ ਨਾਲ ਇੱਕ ਕਿਤਾਬ ਜ਼ਰੂਰ ਰੱਖਦੇ ਸਨ। ਸ਼ਹੀਦ ਭਗਤ ਸਿੰਘ ਦਾ ਇਹ ਵੀ ਆਖਣਾ ਹੈ ਕਿ ਕ੍ਰਾਂਤੀਕਾਰੀ ਦੇ ਤੌਰ ਤੇ ਹਿੰਸਾ ਉਹਨਾਂ ਦਾ ਆਖਰੀ ਚਾਰਾ ਸੀ। ਨਾ ਤਾਂ ਉਹਨਾਂ ਦੀ ਨਿੱਜੀ ਰਾਏ ਸੀ ਤੇ ਨਾ ਹੀ ਉਹਨਾਂ ਦੀ ਪਹਿਲੀ ਪਸੰਦ ਸੀ ਕਿ ਉਹ ਹਿੰਸਾ ਦੇ ਰਸਤੇ ਤੇ ਚੱਲਣ, ਪਰ ਉਹਨਾਂ ਨੂੰ ਇਹ ਮਹਿਸੂਸ ਹੋ ਚੁੱਕਾ ਸੀ ਕਿ ਅੰਗਰੇਜ਼ੀ ਹਕੂਮਤ ਦੇ ਨਾਲ ਟਾਕਰਾ ਕਰਨ ਦੇ ਲਈ ਉਹਨਾਂ ਨੂੰ ਹਥਿਆਰਾਂ ਦਾ ਰਸਤਾ ਚੁਣਨਾ ਪਵੇਗਾ। 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਦੇ ਖੂਨੀ ਸਾਕੇ ਦਾ ਭਗਤ ਸਿੰਘ ਦੇ ਬਾਲ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਿਆ ਸੀ। ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਦੇ ਸਮੇਂ ਭਗਤ ਸਿੰਘ ਦੀ ਉਮਰ ਮਹਿਜ਼ 9 ਸਾਲ ਦੀ ਸੀ, ਪਰ ਆਪਣੇ ਆਦਰਸ਼ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਭਗਤ ਸਿੰਘ ਦੇ ਲਈ ਇੱਕ ਮਾਰਗਦਰਸ਼ਕ ਬਣੀ। ਇਸੇ ਤਰ੍ਹਾਂ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੇ ਭਗਤ ਸਿੰਘ ਦੇ ਅੰਦਰ ਅੰਗਰੇਜ਼ਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਵਿਦਰੋਹ ਦੀ ਭਾਵਨਾ ਨੂੰ ਹੋਰ ਵੀ ਪ੍ਰਬਲ ਕਰ ਦਿੱਤਾ ਅਤੇ ਇਸੇ ਵਿਦਰੋਹ ਵਿੱਚੋਂ ਹੀ ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਗਾਇਆ, ਜੋ ਅੱਜ ਵੀ ਅਤੇ ਸਦਾ ਹੀ ਜਾਬਰਾਂ ਦੇ ਤਖਤ ਨੂੰ ਡਿੱਗ ਜਾਣ ਦਾ ਖੌਫ ਦਿੰਦਾ ਰਹੇਗਾ। ਅੰਗਰੇਜ਼ੀ ਹਕੂਮਤ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੇ ਲਈ ਭਗਤ ਸਿੰਘ ਨੇ ਮਈ 1926 ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲਾਹੌਰ ਦੀ ਅਸੈਂਬਲੀ ਦੇ ਵਿੱਚ ਬੰਬ ਧਮਾਕਾ ਕੀਤਾ। ਭਗਤ ਸਿੰਘ ਦੀ ਸਭ ਤੋਂ ਪਹਿਲੀ ਗ੍ਰਿਫਤਾਰੀ ਵੀ ਇਸੇ ਮਾਮਲੇ ਦੇ ਵਿੱਚ ਮਈ 1927 ਦੇ ਵਿੱਚ ਹੁੰਦੀ ਹੈ, ਪਰ ਥੋੜੇ ਸਮੇਂ ਬਾਅਦ ਹੀ ਉਹਨਾਂ ਨੂੰ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਜਾਂਦਾ ਹੈ। 1928 ਦੇ ਵਿੱਚ ਅੰਗਰੇਜ਼ਾਂ ਦੁਆਰਾ ਲਿਆਂਦੇ ਜਾ ਰਹੇ ਸਾਈਮਨ ਕਮਿਸ਼ਨ ਦੇ ਵਿਰੋਧ ਦੌਰਾਨ ਇੱਕ ਅੰਗਰੇਜ਼ ਅਫਸਰ ਸਕਾਟ ਪ੍ਰਦਰਸ਼ਨਕਾਰੀਆਂ ਦੇ ਉੱਪਰ ਲਾਠੀਚਾਰਜ ਕਰਨ ਦੇ ਹੁਕਮ ਦੇ ਦਿੰਦਾ ਹੈ। ਪੁਲਿਸ ਦੇ ਲਾਠੀਚਾਰਜ ਦੌਰਾਨ ਲਾਲਾ ਲਾਜਪਤ ਰਾਏ ਦੀ ਮੌਤ ਹੋ ਜਾਂਦੀ ਹੈ। ਲਾਲਾ ਲਾਜਪਤ ਰਾਏ ਦੀ ਮੌਤ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਲਾਠੀਚਾਰਜ ਤੋਂ ਕਾਫੀ ਦਿਨਾਂ ਬਾਅਦ ਉਹਨਾਂ ਦੀ ਮੌਤ ਕਿਸੇ ਹੋਰ ਕਾਰਨ ਕਰਕੇ ਹੋਈ, ਪਰ ਉਸ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਜਿਸ ਤਰ੍ਹਾਂ ਲਾਠੀਚਾਰਜ ਦੌਰਾਨ ਲਾਲਾ ਜੀ ਦੀ ਮੌਤ ਦੀ ਖਬਰ ਨੂੰ ਪ੍ਰਚਾਰਿਆ ਗਿਆ, ਉਸ ਹਿਸਾਬ ਦੇ ਨਾਲ ਭਗਤ ਸਿੰਘ ਦੇ ਮਨ ਉੱਪਰ ਵੀ ਇਹੀ ਛਾਪ ਪੈਂਦੀ ਹੈ ਕਿ ਅੰਗਰੇਜ਼ਾਂ ਦੇ ਲਾਠੀਚਾਰਜ ਕਰਕੇ ਹੀ ਲਾਲਾ ਲਾਜਪਤ ਰਾਏ ਦੀ ਜਾਨ ਗਈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਆਪਣੇ ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਸਕਾਟ ਨੂੰ ਮਾਰਨ ਦਾ ਪਲਾਨ ਬਣਾਉਂਦੇ ਨੇ, ਪਰ 17 ਦਸੰਬਰ 1928 ਨੂੰ ਭਗਤ ਸਿੰਘ ਦੇ ਨਾਲ ਦੇ ਇੱਕ ਸਾਥੀ ਦੀ ਗਲਤੀ ਕਰਕੇ ਉਹ ਸਕਾਟ ਦੀ ਜਗ੍ਹਾ ਅੰਗਰੇਜ਼ ਅਫਸਰ ਜੋਹਨ ਪੀ ਸਾਂਡਰਸ ਨੂੰ ਗੋਲੀ ਮਾਰ ਦਿੰਦੇ ਨੇ ਅਤੇ ਸਾਂਡਰਸ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਭਗਤ ਸਿੰਘ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਕਾਫੀ ਸਮਾਂ ਰੂਪੋਸ਼ ਰਹਿੰਦਾ ਹੈ। 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਿੱਲੀ ਦੀ ਕੇਂਦਰੀ ਵਿਧਾਨ ਸਭਾ ਦੇ ਵਿੱਚ ਬੰਬ ਸੁੱਟ ਦਿੰਦੇ ਨੇ। ਉਹਨਾਂ ਦੁਆਰਾ ਇਹ ਬੰਬ ਵਿਸਫੋਟ ਕਿਸੇ ਨੂੰ ਮਾਰਨ ਦੇ ਲਈ ਨਹੀਂ ਕੀਤਾ ਜਾਂਦਾ, ਸਗੋਂ ਸਰਕਾਰ ਦੇ ਬੋਲੇ ਕੰਨਾਂ ਤੱਕ ਵਿਦਰੋਹ ਦੀ ਗੂੰਜ ਨੂੰ ਪਹੁੰਚਾਉਣ ਲਈ ਵਰਤਿਆ ਜਾਂਦਾ ਹੈ। ਅਸੈਂਬਲੀ ਦੇ ਵਿੱਚ ਬੰਬ ਫਟਣ ਤੋਂ ਬਾਅਦ ਵੀ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਉੱਥੇ ਹੀ ਮੌਜੂਦ ਰਹਿੰਦੇ ਨੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਨੇ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਆਪਣੀ ਗ੍ਰਿਫਤਾਰੀ ਦੇ ਦਿੰਦੇ ਨੇ, ਜਿਸ ਤੋਂ ਬਾਅਦ ਭਗਤ ਸਿੰਘ ਦੇ ਖਿਲਾਫ ਅਦਾਲਤ ਦੇ ਵਿੱਚ ਮਾਮਲਾ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਭਗਤ ਸਿੰਘ ਦੇ ਕੋਲੋਂ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਜਾਂਦਾ ਹੈ, ਜਿਸ ਦੇ ਬਾਰੇ ਬਾਅਦ ਵਿੱਚ ਅਦਾਲਤ ਵਿੱਚ ਇਹ ਸਾਬਿਤ ਹੁੰਦਾ ਹੈ ਕਿ ਇਸ ਰਿਵਾਲਵਰ ਦੇ ਨਾਲ ਹੀ ਸਾਂਡਰਸ ਦਾ ਕਤਲ ਕੀਤਾ ਗਿਆ ਸੀ। ਭਗਤ ਸਿੰਘ ਦੀ ਸ਼ਹਾਦਤ ਦੇ ਨਾਲ ਜੁੜਿਆ ਇਹ ਸਵਾਲ ਵੀ ਬੜਾ ਜ਼ਰੂਰੀ ਹੈ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਕਿਹੜੇ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 1927 ਦੀ 8 ਅਪ੍ਰੈਲ ਨੂੰ ਦਿੱਲੀ ਬੰਬ ਵਿਸਫੋਟ ਹੁੰਦਾ ਹੈ ਅਤੇ 15 ਅਪ੍ਰੈਲ ਨੂੰ ਲਾਹੌਰ ਦੇ ਵਿੱਚ ਪੁਲਿਸ ਬੰਬ ਬਣਾਉਣ ਵਾਲੀ ਫੈਕਟਰੀ ਨੂੰ ਫੜ ਲੈਂਦੀ ਹੈ, ਜਿਸ ਦੇ ਸਬੰਧ ਵਿੱਚ ਭਗਤ ਸਿੰਘ ਦੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਕਈ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਹਨਾਂ ਸਭ ਮਾਮਲਿਆਂ ਨੂੰ ਅੰਗਰੇਜ਼ ਸਰਕਾਰ ਇੱਕ ਦੂਸਰੇ ਦੇ ਨਾਲ ਜੋੜਨ ਦੇ ਵਿੱਚ ਸਫਲ ਰਹਿੰਦੀ ਹੈ। ਇਹ ਜਾਣਕਾਰੀ ਅਹਿਮ ਹੈ ਕਿ ਭਗਤ ਸਿੰਘ ਨੂੰ ਦਿੱਲੀ ਵਿੱਚ ਬੰਬ ਸੁੱਟਣ ਦੇ ਮਾਮਲੇ ਵਿੱਚ ਨਹੀਂ, ਸਗੋਂ ਸਾਂਡਰਸ ਨੂੰ ਮਾਰਨ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਸੀ, ਕਿਉਂਕਿ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਹੀ ਭਗਤ ਸਿੰਘ ਦੇ ਖਿਲਾਫ ਸਰਕਾਰੀ ਵਾਅਦਾ ਮਾਫ ਗਵਾਹ ਸਾਹਮਣੇ ਆਏ ਸਨ ਅਤੇ ਉਹਨਾਂ ਦੇ ਸਾਥੀ ਇਸ ਮਾਮਲੇ ਵਿੱਚ ਉਹਨਾਂ ਖਿਲਾਫ ਗਵਾਹੀ ਦਿੰਦੇ ਨੇ, ਜਿਸ ਤੋਂ ਬਾਅਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। 1930 ਦੇ ਵਿੱਚ ਲਾਹੌਰ ਕਨਸਪੀਰੇਸੀ ਕੇਸ ਆਰਡੀਨੈਂਸ ਨੰਬਰ 3 ਵਿੱਚ 3 ਜੱਜਾਂ ਦਾ ਇੱਕ ਟ੍ਰਿਬਿਊਨਲ ਬਣਦਾ ਹੈ, ਜੋ ਮਾਮਲੇ ਨੂੰ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਂਦੇ ਨੇ। 5 ਮਈ 1930 ਨੂੰ ਮੁਕੱਦਮਾ ਸ਼ੁਰੂ ਹੁੰਦਾ ਹੈ ਅਤੇ 31 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਅਤੇ ਬਾਕੀ ਦੇ 15 ਸਾਥੀ ਨੂੰ ਬਾਮੁਸ਼ੱਕਤ ਉਮਰ ਕੈਦ ਦੀ ਸਜ਼ਾ।
ਭਗਤ ਸਿੰਘ ਦੇ ਜੀਵਨ ਬਾਰੇ ਪੜ੍ਹਨ ਵਾਲਿਆਂ ਨੂੰ ਇੰਨਾ ਤਾਂ ਜ਼ਰੂਰ ਪਤਾ ਹੋਵੇਗਾ ਕਿ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਸਰਕਾਰ ਦੇ ਸਾਹਮਣੇ ਫਾਂਸੀ ਰੋਕਣ ਦੀ ਅਪੀਲ ਕੀਤੀ ਸੀ ਤਾਂ ਭਗਤ ਸਿੰਘ ਬਹੁਤ ਨਾਰਾਜ਼ ਹੋਏ ਸਨ। ਸ਼ਹੀਦ ਭਗਤ ਸਿੰਘ ਨੇ ਇੱਕ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਨੂੰ ਆਪਣੇ ਪਿਤਾ ਨੂੰ ਜ਼ਾਹਿਰ ਵੀ ਕੀਤਾ ਸੀ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਭਗਤ ਸਿੰਘ ਨੇ ਖੁਦ ਵੀ ਅੰਗਰੇਜ਼ ਸਰਕਾਰ ਨੂੰ ਫਾਂਸੀ ਰੋਕਣ ਦੇ ਲਈ ਇੱਕ ਪੱਤਰ ਲਿਖਿਆ ਸੀ। ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ ਸਰਕਾਰ ਸਾਹਮਣੇ ਇੱਕ ਪਟੀਸ਼ਨ ਪਾਈ ਸੀ ਅਤੇ ਇਸ ਪਟੀਸ਼ਨ ਵਿੱਚ ਲਿਖਿਆ ਸੀ ਕਿ ਉਹ ਇੱਕ ਜੰਗੀ ਕੈਦੀ ਹੈ। ਇਸ ਦੇ ਲਈ ਉਸ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ, ਉਸ ਨੂੰ ਗੋਲੀ ਨਾਲ ਮੌਤ ਚਾਹੀਦੀ ਹੈ। ਸੋ ਅਜਿਹੀ ਸੀ ਭਗਤ ਸਿੰਘ ਦੀ ਨਿਡਰ ਸੋਚ, ਜੋ ਮੌਤ ਨੂੰ ਆਪਣੀ ਇਨਕਲਾਬੀ ਰਾਹ ਦਾ ਇੱਕ ਪੜਾਅ ਮੰਨਦੀ ਸੀ। ਆਪਣੇ ਆਖਰੀ ਖੱਤ ਦੇ ਵਿੱਚ ਵੀ ਭਗਤ ਸਿੰਘ ਲਿਖਦੇ ਨੇ ਕਿ ਇੱਕ ਕ੍ਰਾਂਤੀਕਾਰੀ ਦੇ ਤੌਰ ਤੇ ਮੈਨੂੰ ਜਿਸ ਮੁਕਾਮ ਤੇ ਪਹੁੰਚਾ ਦਿੱਤਾ ਗਿਆ, ਮੈਂ ਜਿਉਂਦੇ ਜੀ ਉਸ ਤੋਂ ਅੱਗੇ ਨਹੀਂ ਜਾ ਸਕਦਾ। ਭਗਤ ਸਿੰਘ ਦਾ ਮੰਨਣਾ ਸੀ ਕਿ ਉਸ ਦੀ ਸ਼ਹਾਦਤ ਦੇ ਨਾਲ ਦੇਸ਼ ਦੇ ਅੰਦਰ ਅੰਗਰੇਜ਼ ਹਕੂਮਤ ਦੇ ਖਿਲਾਫ ਡਟ ਕੇ ਸੰਘਰਸ਼ ਲੜਨ ਦੇ ਜਜ਼ਬੇ ਨੂੰ ਨਵੀਂ ਜ਼ਿੰਦਗੀ ਮਿਲੇਗੀ ਅਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਸੇ ਤਰ੍ਹਾਂ ਹੀ ਹੋਇਆ। ਭਗਤ ਸਿੰਘ ਦਾ ਇਹ ਵੀ ਆਖਣਾ ਸੀ ਕਿ ਮੇਰੀ ਮੌਤ ਦੇ ਨਾਲ ਦੇਸ਼ ਨੂੰ ਨਵੀਂ ਉਮੀਦ ਮਿਲੇਗੀ, ਦੇਸ਼ ਦੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਭਗਤ ਸਿੰਘ ਬਣਾਉਣ ਲਈ ਅੱਗੇ ਵਧਣਗੀਆਂ। ਜਦ ਵੀ ਭਗਤ ਸਿੰਘ ਦੀ ਸ਼ਹਾਦਤ ਦੀ ਗੱਲ ਹੁੰਦੀ ਹੈ ਤਾਂ ਮਹਾਤਮਾ ਗਾਂਧੀ ਨੂੰ ਇਸ ਗੱਲ ਦਾ ਕਸੂਰਵਾਰ ਠਹਿਰਾਇਆ ਜਾਂਦਾ ਹੈ। ਆਖਿਆ ਜਾਂਦਾ ਹੈ ਕਿ ਮਹਾਤਮਾ ਗਾਂਧੀ ਫਾਂਸੀ ਸਜ਼ਾ ਨੂੰ ਰੁਕਵਾ ਸਕਦੇ ਸਨ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਪਰ ਅਸਲ ਦੇ ਵਿੱਚ ਇਸ ਪਿੱਛੇ ਕਾਰਨ ਕੀ ਹੈ? ਮਹਾਤਮਾ ਗਾਂਧੀ ਅਤੇ ਅੰਗਰੇਜ਼ ਸਰਕਾਰ ਦੇ ਵਿਚਕਾਰ ਕਿਹੜਾ ਸਮਝੌਤਾ ਜਿਹਾ ਹੋਇਆ ਸੀ ਜਿਸ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫਾਂਸੀ ਸਜ਼ਾ ਨੂੰ ਰੁਕਵਾਉਣ ਦਾ ਯਤਨ ਮਹਾਤਮਾ ਗਾਂਧੀ ਕਰ ਸਕਦੇ ਸਨ? ਆਦਰਸ਼ ਕ੍ਰਾਂਤੀਕਾਰੀ ਦੇ ਤੌਰ ਤੇ ਨੌਜਵਾਨ ਭਗਤ ਸਿੰਘ ਜਦ ਉੱਭਰ ਕੇ ਸਾਹਮਣੇ ਆ ਰਿਹਾ ਸੀ ਤਾਂ 38 ਸਾਲਾ ਮੋਹਨਦਾਸ ਕਰਮਚੰਦ ਗਾਂਧੀ ਦੱਖਣੀ ਅਫਰੀਕਾ ਦੇ ਵਿੱਚ ਅਹਿੰਸਕ ਤਰੀਕੇ ਦੇ ਨਾਲ ਸੰਘਰਸ਼ ਕਰਨ ਦਾ ਆਪਣਾ ਪ੍ਰਯੋਗ ਕਰ ਰਹੇ ਸਨ। ਮਹਾਤਮਾ ਗਾਂਧੀ ਦਾ ਰਸਤਾ ਅਹਿੰਸਾ ਦਾ ਸੀ ਅਤੇ ਭਗਤ ਸਿੰਘ ਨੇ ਆਖਰੀ ਰਸਤੇ ਵਜੋਂ ਹਥਿਆਰਾਂ ਨੂੰ ਆਜ਼ਾਦੀ ਦਾ ਸੰਦ ਬਣਾਇਆ ਸੀ। ਪਰ ਦੋਹਾਂ ਵਿਚਕਾਰ ਬਹੁਤ ਗੱਲਾਂ ਸਮਾਨ ਵੀ ਸਨ। ਦੋਹੇ ਦਲਿਤਾਂ ਤੇ ਮਜ਼ਦੂਰ ਵਰਗ ਨੂੰ ਸ਼ੋਸ਼ਣ ਦੀਆਂ ਬੇੜੀਆਂ ਵਿੱਚੋਂ ਬਾਹਰ ਕੱਢਣ ਲਈ ਆਪੋ ਆਪਣੇ ਤਰੀਕਿਆਂ ਦੇ ਨਾਲ ਅੱਗੇ ਵਧ ਰਹੇ ਸਨ। ਜਦ 1930 ਦੇ ਵਿੱਚ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਕਾਂਗਰਸ ਅਤੇ ਅੰਗਰੇਜ਼ ਸਰਕਾਰ ਖਿਲਾਫ ਸੰਘਰਸ਼ ਜ਼ੋਰਾਂ ਤੇ ਸੀ। ਬਰਤਾਨਵੀ ਸਰਕਾਰ ਭਾਰਤੀ ਸਿਆਸੀ ਆਗੂਆਂ ਦੇ ਨਾਲ ਚਰਚਾਵਾਂ ਦੇ ਯਤਨ ਕਰ ਰਹੀ ਸੀ। ਵੱਖ-ਵੱਖ ਨੇਤਾਵਾਂ ਨੂੰ ਲੰਡਨ ਦੇ ਵਿੱਚ ਗੋਲਮੇਜ਼ ਸੰਮੇਲਨ ਦੇ ਲਈ ਵੀ ਬੁਲਾਇਆ ਗਿਆ, ਪਰ ਮਹਾਤਮਾ ਗਾਂਧੀ ਇਸ ਸੰਮੇਲਨ ਦੇ ਵਿੱਚ ਸ਼ਾਮਿਲ ਨਹੀਂ ਹੋਏ। ਜਿਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਗੱਲਬਾਤ ਦਾ ਰਾਹ ਖੋਲ੍ਹਦਿਆਂ ਮਹਾਤਮਾ ਗਾਂਧੀ ਦੇ ਨਾਲ ਰਾਬਤਾ ਕਰਨ ਦੀ ਸੋਚੀ। 17 ਫਰਵਰੀ 1931 ਤੋਂ ਬਰਤਾਨਵੀ ਅਧਿਕਾਰੀ ਰੌਇਸ ਰਾਏ ਇਰਵਨ ਅਤੇ ਮਹਾਤਮਾ ਗਾਂਧੀ ਦੇ ਵਿਚਕਾਰ ਗੱਲਬਾਤ ਦਾ ਦੌਰ ਸ਼ੁਰੂ ਹੁੰਦਾ ਹੈ। 5 ਮਾਰਚ 1931 ਨੂੰ ਦੋਹਾਂ ਵਿਚਕਾਰ ਇੱਕ ਸਮਝੌਤਾ ਹੁੰਦਾ ਹੈ। ਸਮਝੌਤਾ ਸੀ ਕਿ ਹਿੰਸਕ ਤਰੀਕੇ ਦੇ ਨਾਲ ਸੰਘਰਸ਼ ਦੌਰਾਨ ਫੜੇ ਗਏ ਸਾਰੇ ਕੈਦੀਆਂ ਨੂੰ ਅੰਗਰੇਜ਼ ਹਕੂਮਤ ਛੱਡ ਦੇਵੇਗੀ। ਪਰ ਸਾਂਡਰਸ ਦੀ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਭਗਤ ਸਿੰਘ ਨੂੰ ਮਾਫੀ ਨਹੀਂ ਦਿੱਤੀ ਗਈ। ਇੱਥੋਂ ਹੀ ਵਿਵਾਦ ਸ਼ੁਰੂ ਹੋਇਆ ਕਿ ਮਹਾਤਮਾ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਰੋਕਣ ਦੇ ਲਈ ਯਤਨ ਕਿਉਂ ਨਹੀਂ ਕੀਤਾ ਅਤੇ ਦੇਸ਼ ਵਿੱਚ 3 ਸੂਰਵੀਰਾਂ ਨੂੰ ਫਾਂਸੀ ਤੇ ਲਟਕਾਉਣ ਜਾ ਰਹੀ ਅੰਗਰੇਜ਼ ਸਰਕਾਰ ਦੇ ਨਾਲ ਮਹਾਤਮਾ ਗਾਂਧੀ ਨੇ ਸਮਝੌਤਾ ਕੀਤਾ ਹੀ ਕਿਉਂ? 23 ਮਾਰਚ 1931 ਨੂੰ ਜਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਭਾਰਤ ਦੇ ਲੋਕਾਂ ਦੇ ਵਿੱਚ ਅੰਗਰੇਜ਼ ਸਰਕਾਰ ਦੇ ਨਾਲ-ਨਾਲ ਮਹਾਤਮਾ ਗਾਂਧੀ ਦੇ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲਦਾ ਹੈ। ਇਹ ਸਵਾਲ ਉਠਾਇਆ ਜਾਂਦਾ ਹੈ ਕਿ ਮਹਾਤਮਾ ਗਾਂਧੀ ਨੇ ਇਹ ਕਿਉਂ ਨਹੀਂ ਕਿਹਾ ਕਿ ਜੇ ਭਗਤ ਸਿੰਘ ਦੀ ਸਜ਼ਾ ਮਾਫ ਨਹੀਂ ਤਾਂ ਸਮਝੌਤਾ ਨਹੀਂ। ਮਹਾਤਮਾ ਗਾਂਧੀ ਇਸ ਵਿਰੋਧ ਤੇ ਇਹ ਪ੍ਰਤੀਕਿਰਿਆ ਦਿੰਦੇ ਨੇ ਕਿ ਭਗਤ ਸਿੰਘ ਦੀ ਬਹਾਦਰੀ ਲਈ ਮੇਰੇ ਦਿਲ ਦੇ ਵਿੱਚ ਸਨਮਾਨ ਹੈ, ਪਰ ਮੈਨੂੰ ਇਸ ਤਰ੍ਹਾਂ ਦਾ ਤਰੀਕਾ ਚਾਹੀਦਾ ਹੈ ਜਿਸ ਦੇ ਵਿੱਚ ਖੁਦ ਨੂੰ ਨਿਸ਼ਾਵਰ ਕਰਦੇ ਹੋਏ ਤੁਸੀਂ ਦੂਸਰਿਆਂ ਨੂੰ ਨੁਕਸਾਨ ਨਾ ਪਹੁੰਚਾਓ। ਮਹਾਤਮਾ ਗਾਂਧੀ ਦੇ ਅਨੁਸਾਰ ਉਹਨਾਂ ਅਤੇ ਬਰਤਾਨਵੀ ਅਧਿਕਾਰੀ ਇਰਵਨ ਵਿਚਕਾਰ ਹੋਏ ਸਮਝੌਤੇ ਦੀਆਂ ਸ਼ਰਤਾਂ ਦੇ ਵਿੱਚ ਫਾਂਸੀ ਰੋਕਣ ਦੀ ਗੱਲ ਸ਼ਾਮਿਲ ਨਹੀਂ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਵੱਲੋਂ ਅੰਗਰੇਜ਼ ਸਰਕਾਰ ਨੂੰ ਸਮਝਾਉਣ ਦੇ ਪੂਰੇ ਯਤਨ ਕੀਤੇ ਸਨ। ਮਹਾਤਮਾ ਗਾਂਧੀ ਦੁਆਰਾ 23 ਮਾਰਚ 1931 ਦੀ ਸਵੇਰ ਨੂੰ ਅੰਗਰੇਜ਼ ਅਧਿਕਾਰੀ ਨੂੰ ਇੱਕ ਪੱਤਰ ਵੀ ਲਿਖਿਆ ਜਾਂਦਾ ਹੈ, ਜਿਸ ਦੇ ਸਬੰਧ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਪੱਤਰ ਦੇ ਵਿੱਚ ਭਗਤ ਸਿੰਘ ਦੀ ਫਾਂਸੀ ਨੂੰ ਰੋਕਣ ਦੇ ਲਈ ਦਬਾਅ ਪਾਇਆ ਗਿਆ ਸੀ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਤਿਹਾਸਿਕ ਖੋਜਾਂ ਦੇ ਆਧਾਰ ਤੇ ਵੀ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ ਸਰਕਾਰ ਦੇ ਉੱਪਰ ਫਾਂਸੀ ਦੀ ਸਜ਼ਾ ਨੂੰ ਰੋਕਣ ਦੇ ਲਈ ਜ਼ਰੂਰੀ ਦਬਾਅ ਨਹੀਂ ਬਣਾਇਆ ਸੀ। ਸ਼ਹੀਦ ਭਗਤ ਸਿੰਘ ਖੁਦ ਵੀ ਆਪਣੀ ਫਾਂਸੀ ਸਜ਼ਾ ਨੂੰ ਰੁਕਵਾਉਣਾ ਨਹੀਂ ਚਾਹੁੰਦੇ ਸਨ, ਪਰ ਅਜੀਬ ਗੱਲ ਹੈ ਕਿ ਮਹਾਤਮਾ ਗਾਂਧੀ ਨੂੰ ਤਾਂ ਭਗਤ ਸਿੰਘ ਦੇ ਵਿਰੋਧ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ। ਪਰ ਅਸਲ ਦੇ ਵਿੱਚ ਇਸ ਤੱਥ ਤੋਂ ਬਹੁਤੇ ਲੋਕ ਜਾਣੂ ਨਹੀਂ ਨੇ ਕਿ ਸ਼ਹੀਦ ਭਗਤ ਸਿੰਘ ਦੇ ਖਿਲਾਫ ਅਦਾਲਤ ਦੇ ਵਿੱਚ ਉਹਨਾਂ ਦੇ ਹੀ 2 ਸਾਥੀਆਂ ਨੇ ਗਵਾਹੀ ਦਿੱਤੀ ਸੀ। ਲਾਹੌਰ ਬੰਬ ਬਣਾਉਣ ਦੀ ਫੈਕਟਰੀ ਵਾਲੇ ਕੇਸ ਦੇ ਵਿੱਚ ਭਗਤ ਸਿੰਘ ਦੇ 2 ਸਾਥੀਆਂ ਹੰਸਰਾਜ ਬੋਹਰਾ ਤੇ ਜੈ ਗੋਪਾਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਹੰਸਰਾਜ ਬੋਹਰਾ ਤੇ ਜੈ ਗੋਪਾਲ ਹੀ ਸਰਕਾਰ ਦੇ ਵਾਅਦਾ ਮਾਫ ਗਵਾਹ ਬਣੇ ਅਤੇ ਉਹਨਾਂ ਦੀਆਂ ਗਵਾਹੀਆਂ ਦੇ ਆਧਾਰ ਤੇ ਹੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਸਾਂਡਰਸ ਅਤੇ ਚੰਨਣ ਸਿੰਘ ਨੂੰ ਮਾਰਨ ਦਾ ਮੁਕੱਦਮਾ ਸ਼ੁਰੂ ਹੋਇਆ। ਪਰ ਭਗਤ ਸਿੰਘ ਨੇ ਆਪਣੇ ਇਸ ਮੁਕੱਦਮੇ ਨੂੰ ਹੀ ਆਪਣੇ ਵਿਚਾਰ ਦਾ ਮੰਚ ਬਣਾ ਲਿਆ ਸੀ। ਭਗਤ ਸਿੰਘ ਦੀ ਜ਼ਿੰਦਗੀ ਬਾਰੇ ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਪੱਤਰਕਾਰੀ ਦੇ ਪੇਸ਼ੇ ਬਾਰੇ ਵੀ ਇੱਕ ਬੜਾ ਅਹਿਮ ਬਿਆਨ ਦਿੱਤਾ ਸੀ
ਅੱਜ ਪੱਤਰਕਾਰੀ ਦਾ ਪੇਸ਼ਾ ਬੜੇ ਕਮਜ਼ੋਰ ਦੌਰ ਵਿੱਚੋਂ ਗੁਜ਼ਰਿਆ ਹੈ, ਪਰ ਉਸ ਸਮੇਂ ਵੀ ਭਗਤ ਸਿੰਘ ਨੂੰ ਇਸ ਗੱਲ ਦਾ ਅੰਦਾਜ਼ਾ ਸੀ। ਭਗਤ ਸਿੰਘ ਲਿਖਦੇ ਨੇ ਕਿ ਪੱਤਰਕਾਰੀ ਦਾ ਪੇਸ਼ਾ ਬਹੁਤ ਸਤਿਕਾਰਯੋਗ ਮੰਨਿਆ ਜਾਂਦਾ ਸੀ, ਪਰ ਅੱਜ ਇੱਕ ਬੁਰੀ ਸਥਿਤੀ ਵਿੱਚ ਹੈ। ਇਹ ਲੋਕ ਦੂਜੇ ਸਮੁਦਾਇ ਦੇ ਖਿਲਾਫ ਬੜੀਆਂ ਬੋਲਡ ਸੁਰਖੀਆਂ ਦੇ ਨਾਲ ਲਿਖਦੇ ਨੇ, ਜੋ ਸਮੁਦਾਇਆਂ ਦੇ ਵਿਚਕਾਰ ਨਫ਼ਰਤ ਅਤੇ ਦੁਸ਼ਮਣੀ ਦੀਆਂ ਲਗਾਤਾਰ ਭਾਵਨਾਵਾਂ ਭੜਕਾਉਂਦੀਆਂ ਨੇ। ਇਹ ਕੋਈ ਝੂਠੇ ਆਰੋਪ ਨਹੀਂ ਨੇ, ਪਰ ਇਹਨਾਂ ਸਮਾਚਾਰ ਪੱਤਰਾਂ ਦੀਆਂ ਲਿਖਤਾਂ ਤੋਂ ਉਕਸਾਹਟ ਦੇ ਨਾਲ ਹੋਏ ਸੰਪਰਦਾਇਕ ਦੰਗਿਆਂ ਦੀਆਂ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ। ਇੱਕ ਆਦਰਸ਼ ਕ੍ਰਾਂਤੀਕਾਰੀ ਵਜੋਂ ਇਤਿਹਾਸ ਦੇ ਵਿੱਚ ਵੱਖਰੀ ਮਿਸਾਲ ਪੇਸ਼ ਕਰਨ ਵਾਲੇ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਦੀ ਪਰਿਭਾਸ਼ਾ ਵੀ ਕੁਝ ਇਸ ਤਰ੍ਹਾਂ ਦਿੰਦੇ ਨੇ। ਨਿਰਦਈ ਆਲੋਚਨਾ ਅਤੇ ਆਜ਼ਾਦ ਸੋਚ ਇੱਕ ਕ੍ਰਾਂਤੀਕਾਰੀ ਸੋਚ ਦੇ ਲਈ ਬਹੁਤ ਹੀ ਜ਼ਰੂਰੀ ਹੈ। ਆਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਫਾਂਸੀ ਤੇ ਲਟਕੇ ਭਗਤ ਸਿੰਘ ਨੇ ਖੁਦ ਭਾਵੇਂ ਗੁਲਾਮੀ ਨਾਲ ਜੂਝਦੇ ਹੋਏ ਆਪਣੀਆਂ ਰਾਤਾਂ ਇਨਕਲਾਬ ਨੂੰ ਆਪਣੀ ਮਹਿਬੂਬਾ ਕਹਿੰਦੇ ਹੋਏ ਗੁਜ਼ਾਰੀਆਂ ਨੇ, ਪਰ ਸਾਡੇ ਲਈ ਆਜ਼ਾਦੀ ਦੇ ਸੂਰਜ ਨੂੰ ਜਗਾ ਕੇ ਜਾਣ ਵਾਲੇ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਤੋਂ ਇੰਨਾ ਤਾਂ ਜ਼ਰੂਰ ਸਾਨੂੰ ਸਿੱਖ ਲੈਣਾ ਚਾਹੀਦਾ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੰਗ ਸਿਰਫ ਬਰਤਾਨਵੀ ਸਰਕਾਰ ਦੇ ਖਿਲਾਫ ਨਹੀਂ ਸੀ, ਮਜ਼ਦੂਰ ਅਤੇ ਕਿਰਤੀ ਵਰਗ ਨੂੰ ਲਤਾੜਨ ਵਾਲੀ ਉਸ ਕੁਰਸੀ ਦੇ ਖਿਲਾਫ ਸੀ ਜੋ ਆਮ ਲੋਕਾਂ ਦੇ ਹੱਕਾਂ ਨੂੰ ਮਾਰਦੀ ਹੈ। ਭਗਤ ਸਿੰਘ ਦੇ ਸ਼ਬਦ ਨੇ ਕਿ ਭਾਰਤ ਦੇ ਵਿੱਚ ਤਦ ਤੱਕ ਸੰਘਰਸ਼ ਚੱਲਦਾ ਰਹੇਗਾ ਜਦ ਤੱਕ ਕੁਝ ਸ਼ੋਸ਼ਣਕਾਰੀ ਆਪਣੇ ਹਿੱਤਾਂ ਦੇ ਲਈ ਆਮ ਲੋਕਾਂ ਦੀ ਮਿਹਨਤ ਨੂੰ ਲੁੱਟਦੇ ਰਹਿਣਗੇ। ਇਹ ਗੱਲ ਬਹੁਤੀ ਮਾਇਨੇ ਨਹੀਂ ਰੱਖਦੀ ਹੈ ਕਿ ਸ਼ੋਸ਼ਣ ਕਰਨ ਵਾਲੇ ਪੂਰੀ ਤਰ੍ਹਾਂ ਬਰਤਾਨਵੀ ਪੂੰਜੀਵਾਦੀ ਨੇ ਜਾਂ ਬਰਤਾਨਵੀ ਅਤੇ ਭਾਰਤੀਆਂ ਦਾ ਗੱਠਜੋੜ ਨੇ ਜਾਂ ਫਿਰ ਪੂਰੀ ਤਰ੍ਹਾਂ ਭਾਰਤੀ ਨੇ। ਭਗਤ ਸਿੰਘ ਦੇ ਜੀਵਨ ਦੇ ਨਾਲ ਜੁੜੇ ਹੋਏ ਇਹ ਉਹ ਸਭ ਰਾਜ ਨੇ ਜਿਨ੍ਹਾਂ ਨੂੰ ਰਾਜ ਬਣਾਈ ਰੱਖਣ ਦੇ ਪਿੱਛੇ ਵੀ ਕੋਈ ਰਾਜ ਹੈ। ਭਗਤ ਸਿੰਘ ਦੇ ਕਰੀਬ ਜਾਣ ਦੇ ਲਈ ਇਹ ਸਭ ਤੱਥ ਤੁਹਾਡੇ ਲਈ ਥੋੜੇ ਜਿਹੇ ਵੀ ਸਹੀ ਰਹੇ ਹੋਣ ਤਾਂ ਕਮੈਂਟ ਬਾਕਸ ਦੇ ਵਿੱਚ ਭਗਤ ਸਿੰਘ ਦੇ ਜੀਵਨ ਤੋਂ ਅੱਜ ਤੱਕ ਤੁਸੀਂ ਕੀ ਸਿੱਖਿਆ ਹੈ ਇਹ ਗੱਲ ਜ਼ਰੂਰ ਸਾਂਝੀ ਕਰਨਾ, ਕਿਉਂਕਿ ਆਪਣੀ ਜਨਮ ਭੂਮੀ ਦੇ ਲਈ ਅਤੇ ਆਪਣੇ ਲੋਕਾਂ ਦੇ ਲਈ ਆਪਣੀ ਜਾਨ ਨੂੰ ਬਾਹਰ ਜਾਣ ਵਾਲੇ ਸੂਰਵੀਰ ਆਪਣੀ ਫੋਟੋ ਤੇ ਟੰਗੇ ਹਾਰ ਅਤੇ ਗੱਡੀਆਂ ਪਿੱਛੇ ਲੱਗੀਆਂ ਫੋਟੋਆਂ ਤੋਂ ਖੁਸ਼ ਨਹੀਂ ਹੁੰਦੇ। ਸ਼ਹਾਦਤਾਂ ਮੰਗਦੀਆਂ ਨੇ ਕਿ ਜਿਨ੍ਹਾਂ ਦੇ ਰੌਸ਼ਨ ਭਵਿੱਖ ਦੇ ਲਈ ਉਹਨਾਂ ਨੇ ਸੰਘਰਸ਼ ਲੜੇ ਨੇ, ਉਹ ਖੁਦ ਵੀ ਆਪਣੇ ਹੱਕਾਂ ਦੇ ਲਈ ਸਦਾ ਜਾਗਦੇ ਰਹਿਣ, ਤਾਂ ਜੋ ਤਾਕਤ ਦੇ ਨਸ਼ੇ ਵਿੱਚ ਡੁੱਬੀ ਸੱਤਾ ਨੂੰ ਸੁੱਤੇ ਜਾਣ ਕੇ ਆਮ ਲੋਕਾਂ ਨੂੰ ਲੁੱਟਣ ਦਾ ਮੌਕਾ ਹੀ ਨਾ ਮਿਲੇ।